किताब विपरन की रीत तो सच दा मार्ग भाग 6वां। लेखक सरदार गुरबख्श सिंह काला अफगाना। तीजे कांड का पहला भाग मृतक संस्कार अथवा क्रियाकर्म, दूजा भाग अपराध विधि अते गरुड़ पुराण अते तीजा भाग गरुड़ पुराण पढ़न सुनने का फल। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। मृतक संस्कार अथवा क्रियाकर्म। पुरोहित ते बनाए 16 संस्कारां विचों मृतक संस्कार सब तो बहुता दुखदाई अते सब तो वध लहू पीना है। क्रियाकर्म दे विपरी संस्कारां वल गौ नाल झात मारीए ते इउं लगदा है जिवें ब्राह्मण अपने जजमान तो विछड़ना अपनी मौत समझदा होवे। अव्वल तां 34 नहीं तां घट्टो घट्ट 7 पीढ़ियां अपने मरे जजमान की याद जरूर मनाउंदा है। कारण यह है कि जिहड़ा जजमान गर्भ विच आउण समय तो ही ब्राह्मण बेटे की आमदन का साधन बन गया सी, जिहड़ा जजमान ब्राह्मण की सलाह तो बिना किसी इस्त्री नूं अपनी जीवन साथण भी नहीं सी बनाउंदा, जिस जजमान ने अपने किते का आरंभ करन लई वधिया सहूलत लभण लई, मकान की नींह रखण लई, कोई पशु मुल लैण लई, अपने बच्चों के गर्भ संस्कार, जातक संस्कार अथवा जग जोपवीत संस्कार, बच्चे नूं पढ़न भेजण लई, गल की जिंदगी ते छोटे तो छोटे काम निर्विघन नेपरे चाढ़ लैण दे भरम नाल चंगा मुहूर्त दसन वाली पत्री दी मूँह मंगी फीस तारनी कदे नहीं सी भुलदा। जिहड़ा जजमान मस्या पुन्निया संगरांद अथवा होर बेअंत ग्रहां दे चंगे मंदे असरां तो सुचेत रहण लई पुरोहित नूं दक्षिणा दे रूप विच माया भेंट करी रखणी नहीं सी विसारदा, जिहड़ा जजमान अपने पुरोहित कोलों तीर्थ इशनान ਅਤੇ ਹੋਰ ਧਰਮ ਕਰਮਾਂ ਤੋਂ ਮਿਲਦੇ ਫਲਾਂ ਦਾ ਪਤਾ ਪੁੱਛਦੇ ਰਹਿਣ ਦੀ ਖੇਚਲ ਦੇਣ ਦੇ ਬਦਲੇ ਤਕੜੀ ਦਸ਼ਨਾ ਤਾਰਨ ਤੋਂ ਕਦੇ ਪਾਸਾ ਨਾ ਵਟਦਾ। ਜਿਸ ਜਜਮਾਨ ਨੇ ਦਾਨ ਦੇ ਵੱਟੇ ਬੇਅੰਤ ਗੁਣਾ ਵੱਧ ਲਾਭ ਦੀ ਪ੍ਰਾਪਤੀ ਦੇ ਰੰਗੀਨ ਸੁਪਨੇ ਵਿਖਾਉਣ ਦੀ ਖੇਚਲ ਝੱਲਣ ਦਾ ਮੁੱਲ ਦਾਨ ਦੀ ਰਕਮ ਤੋਂ ਸਦਾ ਅੱਡ ਧਾਰਿਆ ਹੋਵੇ, ਗੱਲ ਕੀ ਜਿਸ ਜਜਮਾਨ ਨੇ ਪੁਰੋਹਿਤ ਦੀਆਂ ਅਜਿਹੀਆਂ ਬੇਅੰਤ ਖੇਚਲਾਂ ਦਾ ਭਰਪੂਰ ਮੁੱਲ ਸਾਰੀ ਉਮਰ ਤਾਰਿਆ ਸੀ, ਉਸ ਬੀਬੇ ਰਾਣੇ ਜਜਮਾਨ ਦੀ ਮੌਤ 'ਤੇ ਪਏ ਵਿਛੋੜੇ ਦਾ ਦੁੱਖ ਪੁਰੋਹਿਤ ਤੋਂ ਕਿਵੇਂ ਬਰਦਾਸ਼ਤ ਹੁੰਦਾ। ਐਸੇ ਸਰਬੰਸਦਾਨੀ ਸ਼ਰਧਾਲੂ ਜਜਮਾਨ ਨੂੰ ਵਿਪਰ ਕਿਵੇਂ ਭੁੱਲ ਸਕਦਾ ਸੀ, ਜਿਸ ਨੇ ਆਪਣੀ ਸਭ ਤੋਂ ਸੁਖਾਲੀ ਸੁੱਖਾਂ ਲੱਦੀ ਬੇਟੀ ਪੱਥਰ ਦੇ ਠਾਕਰ ਨਾਲ ਵਿਆਹ ਕੇ ਬ੍ਰਾਹਮਣ ਦੀ ਹਵਸ਼ ਦਾ ਖਿਡੌਣਾ ਬਣਾ ਦੇਣ ਵਿੱਚ ਆਪਣੀ ਕਲਿਆਣ ਮੰਨੀ ਹੋਈ ਸੀ। ਐਸੇ ਦਾਨੀ ਜਜਮਾਨ ਦੀ ਪਿਆਰੀ ਯਾਦ ਨੂੰ ਸਦਾ ਤਾਜ਼ਾ ਰੱਖਣ ਲਈ ਉਚੇਚੀ ਮਰਜ਼ਾਦਾ ਬਣਾ ਲੈਣੀ ਬ੍ਰਾਹਮਣ ਲਈ ਬੜੀ ਜ਼ਰੂਰੀ ਸਮੱਸਿਆ ਕਿਵੇਂ ਨਾ ਬਣਦੀ। ਆਖਰ ਵਿਦਵਾਨ ਅਤੇ ਦੂਰ ਦ੍ਰਿਸ਼ਟ ਬ੍ਰਾਹਮਣ ਨੇ ਅਜਿਹੀ ਯੋਜਨਾ ਤਿਆਰ ਕਰ ਲਈ ਕਿ ਉਹ ਕੱਛਾਂ ਵਜਾਉਂਦਾ ਹੋਇਆ ਖੁਸ਼ੀ ਨਾਲ ਪੁਕਾਰ ਉੱਠਿਆ, ਹੇ ਮੇਰੇ ਪਰਿਵਾਰ ਵਾਲਿਓ, ਹੇ ਮੇਰੀ ਬਰਾਦਰੀ ਵਾਲਿਓ, ਜਿਉਂਦੇ ਦਾ ਮੁੱਲ ਭਾਵੇਂ ਲੱਖ ਹੀ ਸਹੀ, ਪਰ ਹੁਣ ਮਰੇ ਹੋਏ ਜਜਮਾਨ ਹਾਥੀ ਦਾ ਮੁੱਲ 1.25 ਲੱਖ ਨਹੀਂ ਸਗੋਂ 4 ਸਵਾਏ 5 ਲੱਖ ਜਾਇਆ ਕਰੇਗਾ। ਮੁਰਦੇ ਦਾ ਏਡਾ ਵੱਡਾ ਮੁੱਲ ਵੱਟ ਸਕਣ ਵਾਲੀ ਇਹ ਨਵੀਂ ਮਰਜ਼ਾਦਾ ਨੇਸਣ ਦੇ ਬੜੀ ਵਿੰਗੀ ਟੇਢੀ ਹੋਣੀ ਸੀ। ਬੜੀਆਂ ਖੇਚਲਾਂ ਸਨ ਜਜਮਾਨ ਦੀ ਸੰਤਾਨ ਲਈ। ਮਰੇ ਹੋਏ ਜਜਮਾਨ ਦੀ ਸੰਤਾਨ ਨੇ ਬੜੀ ਤਕੜੀ ਲੁੱਟ ਦਾ ਸ਼ਿਕਾਰ ਹੋ ਜਾਣਾ ਸੀ। ਵਿਪਰ ਜੀ ਨੂੰ ਹੁਣ ਇਹ ਚਿੰਤਾ ਲੱਗ ਗਈ ਕਿ ਮਰ ਚੁੱਕੇ ਜਜਮਾਨ ਦਾ ਪਰਿਵਾਰ ਉਸ ਲਈ ਏਡੀਆਂ ਖੇਚਲਾਂ ਝੱਲਣ ਤੋਂ ਕਿਤੇ ਬਗਾਵਤ ਹੀ ਨਾ ਕਰ ਦੇਵੇ, ਬਣੀ ਬਣਾਈ ਯੋਜਨਾ ਕਿਤੇ ਠੋਸ ਹੀ ਨਾ ਹੋ ਜਾਏ। ਸੋ ਲੁੱਟ ਨੀਤੀ ਵਾਲੀ ਭਿਆਨਕ ਯੋਜਨਾ ਅਧੀਨ ਜਿਵੇਂ ਇੱਕ ਉਚੇਚਾ ਧਰਮ ਗ੍ਰੰਥ ਸਿਰਜਿਆ ਗਿਆ, ਉਸ ਦਾ ਸੰਖੇਪ ਹਾਲ ਜਾਣ ਲੈਣਾ ਲਾਹੇਵੰਦ ਰਹੇਗਾ। ਭਾਗ ਦੂਜਾ ਅਪਰਾਧ ਵਿਧੀ ਅਤੇ ਗਰੁੜ ਪੁਰਾਣ। ਚੋਰਾਂ ਦਾ, ਠੱਗਾਂ ਦਾ, ਲੁੱਟਣਹਾਰਿਆਂ ਦਾ, ਡਾਕੂਆਂ ਦਾ, ਪੇਸ਼ੇਵਰ ਕਾਤਲਾਂ ਦਾ, ਬਲਾਤਕਾਰੀਆਂ ਦਾ, ਅੱਡ ਅੱਡ ਅਪਰਾਧ ਕਰਨ ਵਾਲੇ ਅਪਰਾਧੀਆਂ ਦਾ ਅਪਰਾਧ ਢੰਗ ਆਪਣਾ ਆਪਣਾ ਹੁੰਦਾ ਹੈ। ਭਾਵ ਇੱਕ ਚੋਰ ਦਾ ਚੋਰੀ ਕਰਨ ਦਾ ਢੰਗ ਦੂਜੇ ਚੋਰ ਨਾਲੋਂ ਅੱਡਰਾ ਹੁੰਦਾ ਹੈ। ਇੱਕ ਡਾਕੂ ਦਾ ਲੁੱਟਣ ਢੰਗ ਦੂਜੇ ਡਾਕੂ ਦੀ ਡਾਕਾ ਵਿਧੀ ਨਾਲੋਂ ਵੱਖਰਾ ਹੁੰਦਾ ਹੈ। ਇੱਕ ਕਾਤਲ ਦਾ ਕਤਲ ਕਰਨ ਦਾ ਢੰਗ ਦੂਜੇ ਨਾਲੋਂ ਹੋਰ ਹੁੰਦਾ ਹੈ। ਗੱਲ ਕਿ ਇੱਕੋ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਦਾ ਅਪਰਾਧ ਢੰਗ ਵੀ ਆਪਸ ਵਿੱਚ ਬੜਾ ਹੀ ਘੱਟ ਰਲਦਾ ਹੈ। ਅਪਰਾਧੀਆਂ ਦੀ ਪਛਾਣ ਉਹਨਾਂ ਦੇ ਅਪਰਾਧ ਢੰਗ ਤੋਂ ਹੋ ਜਾਂਦੀ ਹੈ। ਸੰਸਾਰ ਭਰ ਦੀ ਪੁਲਿਸ ਨੇ
ਅਜਿਹੇ ਅੱਡਰੇ ਮਹਿਕਮੇ ਬਣਾਏ ਹੋਏ ਹਨ ਜਿਨ੍ਹਾਂ ਦਾ ਕੰਮ ਹੈ ਕਿ ਅਪਰਾਧ ਢੰਗਾਂ ਤੋਂ ਅਪਰਾਧੀਆਂ ਦੀ ਸੂਚੀ ਤਿਆਰ ਕਰੀ ਰੱਖਣ ਅਤੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਲੋੜੀਂਦੀ ਸੂਹ ਸਹਾਇਤਾ ਦਿਆ ਕਰਨ। ਚੰਡੀਗੜ੍ਹ ਦੇ ਪੁਲਿਸ ਵਿਭਾਗ ਵਿੱਚ ਵੀ ਅਜਿਹਾ ਇੱਕ ਅੱਡਰਾ ਵਿਭਾਗ ਬਣਿਆ ਹੋਇਆ ਹੈ, ਪਰ ਜਦ ਅਪਰਾਧੀਆਂ ਨੂੰ ਪਤਾ ਲੱਗ ਜਾਵੇ ਕਿ ਉਹਨਾਂ ਦੀ ਪਛਾਣ ਉਹਨਾਂ ਦੀ ਅਪਰਾਧ ਵਿਧੀ ਤੋਂ ਹੋ ਰਹੀ ਹੈ ਤਾਂ ਕਈ ਵਾਰ ਉਹ ਆਪਣੀ ਅਪਰਾਧ ਵਿਧੀ ਬਦਲ ਲੈਣ ਦਾ ਯਤਨ ਵੀ ਕਰਦੇ ਹਨ। ਲੁੱਟ ਖਾਣੇ ਧਰਮ ਆਗੂਆਂ ਦਾ ਲੁੱਟਣ ਢੰਗ ਵੀ ਆਪਣਾ ਆਪਣਾ ਹੁੰਦਾ ਹੈ। ਉਹਨਾਂ ਦੇ ਭਾਸ਼ਣਾਂ ਦਾ ਢੰਗ, ਲੋਕਾਂ ਨਾਲ ਉਹਨਾਂ ਦੀ ਆਮ ਬੋਲ ਚਾਲ ਦਾ ਢੰਗ, ਉਹਨਾਂ ਦਾ ਲਿਖਣ ਢੰਗ ਵੀ ਸਦਾ ਆਪਣਾ ਆਪਣਾ ਹੁੰਦਾ ਹੈ। ਨੋਟ: ਲੁੱਟ ਖਾਣੇ ਅਜਿਹੇ ਧਰਮ ਆਗੂਆਂ ਦੀ ਘਰੋਗੀ ਜ਼ਿੰਦਗੀ ਵਿਖਾਵੇ ਵਾਲੀ ਜ਼ਿੰਦਗੀ ਨਾਲੋਂ ਭਿੰਨ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਕਾਨੂੰਨ ਦੇ ਦੁਸ਼ਮਣ ਸਮਝ ਕੇ ਜੇਲ੍ਹਾਂ ਵਿੱਚ ਬੰਦ ਕਰਾ ਕੇ ਸੁੱਖ ਦਾ ਸਾਹ ਲੈਣਾ ਮੰਨ ਚੁੱਕੇ ਹਾਂ। ਉਹਨਾਂ ਅਪਰਾਧੀਆਂ ਨਾਲੋਂ ਧਾਰਮਿਕ ਅਪਰਾਧੀ ਕਈ ਗੁਣਾ ਵੱਧ ਘਾਤਕ ਅਤੇ ਭਿਆਨਕ ਹੱਦ ਤਾਈਂ ਵੱਧ ਖਤਰਨਾਕ ਹੁੰਦੇ ਹਨ। ਅਤੇ ਸਭ ਤੋਂ ਵੱਡੇ ਦੁੱਖ ਵਾਲੀ ਹਾਲਤ ਇਹ ਹੈ ਕਿ ਸਮਾਜ ਦੇ ਦੂਜੇ ਅਪਰਾਧੀਆਂ ਨੂੰ ਦੇਸ਼ ਦਾ ਕਾਨੂੰਨ ਸਜ਼ਾਵਾਂ ਦਿੰਦਾ ਹੈ, ਜੇਲ੍ਹਾਂ ਵਿੱਚ ਬੰਦ ਕਰਦਾ ਹੈ, ਪਰ ਧਰਮ ਦੇ ਬੁਰਕੇ ਵਾਲਿਆਂ ਇਹਨਾਂ ਖਤਰਨਾਕ ਲੁਟੇਰਿਆਂ ਦੀ ਸਗੋਂ ਪੂਜਾ ਕੀਤੀ ਜਾਂਦੀ ਹੈ। ਜੇਲ੍ਹ ਖਾਨਿਆਂ ਦੇ ਥਾਂ ਉਹਨਾਂ ਲਈ ਸੋਹਣੇ ਮਹਿਲ ਮਾੜੀਆਂ ਬਣਾਈਆਂ ਜਾ ਰਹੀਆਂ ਹੁੰਦੀਆਂ ਹਨ ਅਤੇ ਉਹਨਾਂ ਦੀ ਸਵਾਰੀ ਲਈ ਵਧੀਆ ਤੋਂ ਵਧੀਆ ਸਾਧਨ ਉਪਲਬਧ ਕੀਤੇ ਜਾਂਦੇ ਹਨ। ਦੇਸ਼ ਦੀਆਂ ਸਰਕਾਰਾਂ ਵੀ ਉਹਨਾਂ ਦੇ ਚਰਨੀ ਹੱਥ ਲਾਉਂਦੀਆਂ ਹਨ। ਇਹੀ ਕਾਰਨ ਹੈ ਕਿ ਧਾਰਮਿਕ ਲੁਟੇਰੇ ਦੀ ਲੁੱਟ ਨੀਤੀ ਕਦੇ ਨਹੀਂ ਬਦਲਦੀ, ਸਗੋਂ ਜਿਹੜੀ ਨੀਤੀ ਲੱਖਾਂ ਸਾਲ ਪਹਿਲਾਂ ਕਾਮਯਾਬ ਹੋ ਚੁੱਕੀ ਸੀ, ਧਾਰਮਿਕ ਲੁਟੇਰੇ ਦੀ ਲੁੱਟ ਨੀਤੀ ਅੱਜ ਵੀ ਉਹੀ ਹੈ। ਸਾਡੀ ਲਿਖਤ ਦੇ ਮੁੱਖ ਨਾਇਕ ਵਿਪਰ ਜੀ ਨੂੰ ਆਪਣੀ ਪੁਰਾਣੀ ਲੁੱਟ ਨੀਤੀ ਯਾਦ ਆ ਗਈ। ਕਿਰਿਆ ਕਰਨ ਦੇ ਨਾਮ ਹੇਠ ਬਣਨ ਵਾਲੀ ਵਿਸ਼ਾਲ ਲੁੱਟ ਸਾਧਨਾ ਭਰਪੂਰ ਇਸ ਮਰਜ਼ਾਦਾ ਨੂੰ ਵੀ ਧਰਮ ਦਾ ਅਟੁੱਟ ਅੰਗ ਬਣਾ ਲੈਣਾ ਚਾਹੀਦਾ ਹੈ। ਇਸੇ ਫੈਸਲੇ 'ਤੇ ਰਾਤ ਦਿਨ ਵਿਚਾਰਾਂ ਹੋਈਆਂ। ਆਖਰ ਮ੍ਰਿਤਕ ਦੀ ਕਲਿਆਣ ਲਈ ਇੱਕ ਅੱਡਰਾ ਧਰਮ ਗ੍ਰੰਥ ਤਿਆਰ ਕਰ ਲਿਆ ਗਿਆ। ਨਰਕਾਂ ਦੇ ਦੁੱਖਾਂ ਦੀ ਬੜੀ ਡਰਾਉਣੀ ਵਿਥਿਆ ਅਤੇ ਸੁਰਗਾਂ ਦੇ ਸੁੱਖਾਂ ਦੀ ਬੜੀ ਮਨਮੋਹਣੀਆਂ ਗਾਥਾਵਾਂ ਨਾਲ ਸ਼ਿੰਗਾਰਿਆ। ਨਰਕਾਂ ਤੋਂ ਬਚਾ ਕੇ ਸਿੱਧਾ ਸੁਰਗ ਲੋਕ ਵਿੱਚ ਜਾ ਬਿਰਾਜਣ ਦੀਆਂ ਵਿਧੀਆਂ ਸਮਝਾਉਣ ਵਾਲਾ, ਮ੍ਰਿਤਕ ਪ੍ਰਾਣੀਆਂ ਦੀ ਕਲਿਆਣ ਦੇ ਪੱਕੇ ਸਾਧਨਾਂ ਦੀ ਅਦਭੁਤ ਸੂਚੀ ਵਾਲਾ, ਆਕਾਰ ਵਿੱਚ ਭਾਵੇਂ ਛੋਟਾ ਪਰ ਬ੍ਰਾਹਮਣ ਲਈ ਕਪਲ ਬ੍ਰਿਸ਼ ਕਾਮਧੇਮ ਤੋਂ ਵੀ ਵੱਧ ਲਾਹੇਵੰਦ ਬੜਾ ਕਰਾਮਾਤੀ ਗ੍ਰੰਥ ਸਿਰਜ ਲਿਆ ਗਿਆ। ਲਿਖਣ ਢੰਗ ਬ੍ਰਾਹਮਣ ਦਾ ਉਹੀ ਸੀ ਜਿਹੜਾ ਵੇਦਾਂ ਤੋਂ ਆਰੰਭ ਹੋਇਆ ਸੀ, ਕਿਉਂਕਿ ਇਹ ਗ੍ਰੰਥ ਬੜੇ ਲੰਬੇ ਸਮੇਂ ਤਾਈਂ ਜਾਰੀ ਰੱਖਣ ਵਾਲੀ ਵੱਧ ਦੁਖਦਾਈ ਲੁੱਟ ਦੀ ਮਰਜ਼ਾਦਾ ਵਾਲਾ ਸੀ। ਇਸ ਲਈ ਇਸ ਦਾ ਲਿਖਣ ਢੰਗ ਹੋਰ ਵੀ ਵੱਧ ਅਦਭੁਤ ਬਣਾ ਦੇਣਾ ਜ਼ਰੂਰੀ ਸੀ। ਬਾਕੀ ਗ੍ਰੰਥਾਂ ਵਿੱਚ ਬੋਲਣਹਾਰਾ ਕੋਈ ਦੇਵਤਾ, ਰਿਸ਼ੀ ਆਦਿ ਅਤੇ ਸੁਣਨ ਵਾਲਾ ਵੀ ਕੋਈ ਦੇਵੀ ਦੇਵਤਾ, ਰਾਜਾ ਮਹਾਰਾਜਾ ਜਾਂ ਧਿਰਤਰਾਸ਼ਟਰ ਦਾ ਰਥਵਾਈ ਸੰਜੇ ਆਦਿ ਜਿਹਾ ਮਨੁੱਖਾ ਜ਼ੁਬਾਨ ਵਾਲਾ ਪਾਤਰ ਹੁੰਦਾ ਸੀ। ਪਰ ਮਾਇਆ ਜਾਲ ਦੇ ਭਿਆਨਕ ਤਾਣੇ ਪੇਟੇ ਵਾਲੇ ਇਸ ਧਰਮ ਗ੍ਰੰਥ ਵਿੱਚ ਵਾਧਾ ਇਹ ਕੀਤਾ ਗਿਆ ਕਿ ਸਿੱਖਿਆ ਦਾਤੇ ਜਾਂ ਪੁੱਛਾਂ ਦੇਣ ਦਾ ਉੱਤਰ ਦੇਣ ਵਾਲੇ ਭਗਵਾਨ ਵਿਸ਼ਨੂੰ ਜੀ ਹੀ ਹਨ। ਪਾਠਕਾਂ ਨੂੰ ਯਾਦ ਹੋਣਾ ਹੈ ਕਿ ਬ੍ਰਾਹਮਣ ਨੇ ਵਿਸ਼ਨੂੰ ਭਗਵਾਨ ਨੂੰ ਪਹਿਲਾਂ ਤੋਂ ਹੀ ਸੁਰਗਾਂ ਦਾ ਮਾਲਕ ਅਥਵਾ ਧੁੰਨੀ ਵਿੱਚੋਂ ਕਮਲ ਦਾ ਫੁੱਲ ਪੈਦਾ ਕਰਕੇ ਉਸ ਵਿੱਚੋਂ ਬ੍ਰਹਮਾ ਜੀ ਨੂੰ ਉਤਪਤ ਕਰਨ ਵਾਲਾ ਆਦਿ ਪੁਰਖ ਵਿਧਾਤਾ ਘੋਸ਼ਿਤ ਕਰ ਦਿੱਤਾ ਹੋਇਆ ਸੀ। ਕਥਿਤ ਆਦਿ ਪੁਰਖ ਸ੍ਰਿਸ਼ਟੀ ਦੇ ਰਚੈਤਾ ਵਿਸ਼ਨੂੰ ਜੀ ਤੇ ਪ੍ਰਸ਼ਨ ਕਰਨ ਵਾਲਾ ਵੀ ਕੋਈ ਬੜਾ ਅਲੋਕਾਰ ਸਰੋਤਾ ਹੋਣਾ ਚਾਹੀਦਾ ਸੀ। ਭਗਵਾਨ ਵਿਸ਼ਨੂੰ ਜੀ ਦੇ ਟਾਕਰੇ 'ਤੇ ਕਿਸੇ ਦੇਵੀ ਦੇਵਤੇ ਨੂੰ ਜਾਂ ਕਿਸੇ ਰਿਖੀ ਆਦਿ ਨੂੰ ਬਿਠਾਉਣਾ ਬ੍ਰਾਹਮਣੀ ਕਥਾ ਕਲਾ ਨੇ ਹੇਠੀ ਮੰਨ ਲਈ। ਆਖਰ ਵਿਸ਼ਨੂੰ ਜੀ ਦੀ ਸਵਾਰੀ ਦੀ ਸੇਵਾ ਸਾਂਭੀ ਬੈਠੇ ਉਹਨਾਂ ਦੇ ਇਤਬਾਰੀ ਪੰਛੀ ਰਾਜ ਗਰੁੜ ਜੀ ਨੂੰ ਸਰੋਤਾ ਮਿਥਿਆ ਗਿਆ। ਵਾਰਤਾਲਾਪ ਦਾ ਆਰੰਭ ਕਰਨ ਵਾਲਾ ਅਤੇ ਅੰਤ ਕਰਨ ਵਾਲਾ ਗਰੁੜ ਜੀ ਦੇ ਬਣ ਜਾਣ ਦੇ ਕਾਰਨ ਇਸ ਅਦਭੁਤ ਗ੍ਰੰਥ ਦਾ ਨਾਮ ਗਰੁੜ ਪੁਰਾਣ ਮਿਥ ਦਿੱਤਾ ਗਿਆ। ਹਿੰਦੂਆਂ ਦੇ ਲਗਭਗ ਸਾਰੇ ਧਰਮ ਗ੍ਰੰਥਾਂ ਵਾਂਗ ਇਸ ਅਦਭੁਤ ਧਰਮ ਗ੍ਰੰਥ ਦੇ ਲਿਖਾਰੀ ਦਾ ਅਤਾ ਪਤਾ ਇਸ ਧਰਮ ਗ੍ਰੰਥ ਵਿੱਚੋਂ ਨਹੀਂ ਮਿਲਦਾ। ਯਾਦ ਰਹੇ ਕਿ ਦਸਮ ਗ੍ਰੰਥ ਤੇ ਲਿਖਾਰੀ ਬਾਰੇ ਵੀ ਅੱਜ ਤੱਕ ਕੋਈ ਠੀਕ ਨਿਰਣਾ ਨਹੀਂ ਹੋ ਸਕਿਆ ਅਤੇ ਨਾ ਕਦੇ ਦਸਮ ਗ੍ਰੰਥ ਦੇ ਅਸਲ ਲਿਖਾਰੀ ਦਾ ਠੀਕ ਪਤਾ ਕਦੇ ਕਿਸੇ ਨੂੰ ਲੱਗ ਹੀ ਸਕਦਾ ਹੈ। ਕਾਰਨ ਇਹੀ ਹੈ ਕਿ ਇਹ ਰੋਲ ਘਚੋਲਾ ਵੀ ਮਹਾਂ ਚਲਾਕ ਤੇ ਲੋੜੇ ਦੇ ਤਜਰਬੇਕਾਰ ਨੀਤੀਵੇਤਾ ਪ੍ਰੋਹਿਤ ਜੀ ਦਾ ਹੀ ਪਾਇਆ ਹੋਇਆ ਹੈ। ਕਈ ਗੁਰਮੁਖਾਂ ਵੱਲੋਂ ਮੰਗ ਕੀਤੀ ਗਈ
ਕਿ ਇਸ ਗ੍ਰੰਥ ਤੋਂ ਗੁਰਸਿੱਖ ਪਾਠਕਾਂ ਦੀ ਜਾਣਕਾਰੀ ਕਰਵਾ ਦੇਣੀ ਚਾਹੀਦੀ ਹੈ। ਸੋ ਦਾਸ ਨੇ ਗਰੁੜ ਪੁਰਾਣ ਦਾ ਸੰਖੇਪ ਰੂਪ ਵਿੱਚ ਅਧਿਆਏ ਵਾਰ ਲਿਖਿਆ ਹੈ। ਬੇਲੋੜੀਆਂ ਅਤੇ ਮੁੜ-ਮੁੜ ਲਿਖੀਆਂ ਗੱਲਾਂ ਛੱਡ ਦਿੱਤੀਆਂ ਹਨ। ਬਾਕੀ ਸਾਰੇ ਗ੍ਰੰਥ ਦਾ ਸੰਖੇਪ ਰੂਪ ਅਗਲੇ ਸਫ਼ਿਆਂ 'ਤੇ ਹਾਜ਼ਰ ਹੈ। ਗਰੁੜ ਪੁਰਾਣ ਦੇ ਪੜ੍ਹਨ ਸੁਣਨ ਦੇ ਫਲ ਪੜ੍ਹ ਕੇ ਹਿੰਦੂ ਧਰਮ ਵਿੱਚ ਗਰੁੜ ਪੁਰਾਣ ਦੀ ਮਹੱਤਤਾ ਬਣ ਜਾਣ ਦੇ ਕਾਰਨ ਦੀ ਸਮਝ ਆ ਜਾਂਦੀ ਹੈ। ਸੋ ਪਹਿਲਾਂ ਗਰੁੜ ਦੇ ਪੜ੍ਹਨ ਸੁਣਨ ਦੇ ਜੋ ਫਲ ਬ੍ਰਾਹਮਣ ਨੇ ਵਿਸ਼ਨੂੰ ਜੀ ਦੇ ਮੂੰਹ ਵਿੱਚੋਂ ਅਖਵਾਏ ਹਨ, ਅਗਲੇ ਲੇਖ ਵਿੱਚ ਉਹਨਾਂ ਦਾ ਦਰਸ਼ਨ ਕਰ ਲੈਂਦੇ ਹਾਂ। ਜਗਤ ਅਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ, ਦੂਜੇ ਭਾਏ ਜੇਤੇ ਕਰਮ ਕਰੇ, ਦੁੱਖ ਲੱਗੇ ਤਨ ਧਾਏ, ਗੁਰ ਪ੍ਰਸਾਦੀ ਸੁਖ ਉਪਜੈ, ਜਾਂ ਗੁਰ ਕਾ ਸ਼ਬਦ ਕਮਾਏ, ਸੱਚੀ ਬਾਣੀ ਕਰਮ ਕਰੇ, ਅਨਦਿਨ ਨਾਮ ਧਿਆਏ, ਨਾਨਕ ਜਿਤ ਆਪੇ ਲਾਏ, ਤਿਤ ਲੱਗੇ ਕਹਿਣਾ ਕਿਛੂ ਨਾ ਜਾਏ। ਪੰਨਾ 593। ਭਾਗ ਤੀਜਾ, ਗਰੁੜ ਪੁਰਾਣ ਪੜ੍ਹਨ ਸੁਣਨ ਦਾ ਫਲ। ਗਰੁੜ ਪੁਰਾਣ ਦੇ ਅੰਤ ਵਿੱਚ 127 ਸਫ਼ੇ 'ਤੇ ਵਿਸ਼ਨੂੰ ਭਗਵਾਨ ਜੀ ਦੇ ਮੁਖਾਰ ਬਿੰਦ ਵਿੱਚੋਂ ਉਚਾਰਿਆ ਦਰਸਾ ਕੇ ਲਿਖੇ ਫਰਮਾਨ ਦਾ ਉਤਾਰਾ ਇਸ ਪ੍ਰਕਾਰ ਹੈ। ਸ੍ਰੀ ਭਗਵਾਨ ਜੀ ਕਹਿੰਦੇ ਹਨ ਕਿ ਹੇ ਗਰੁੜ, ਇਸ ਪ੍ਰਕਾਰ ਮਰਨ ਪਰ ਕਿਰਿਆ ਕਰਮ ਕਰਨ ਦਾ ਪੁੱਤਰ ਦਾ ਜੋ ਕਰਤੱਵ ਹੈ ਉਹ ਸਭ ਅਸਾਂ ਵਿਸਥਾਰ ਪੂਰਵਕ ਤੈਨੂੰ ਸੁਣਾ ਦਿੱਤਾ ਹੈ। ਇਸ ਕਿਰਿਆ ਕਰਮ ਦੇ ਕਰਨ ਤੋਂ ਬਾਅਦ 10 ਦਿਨ ਦੇ ਅੰਦਰ ਇਸ ਪੁਰਾਣ ਦੇ ਪੜ੍ਹਨ ਸੁਣਨ ਨਾਲ ਸਭ ਪਾਪ ਨਾਸ਼ ਹੋ ਜਾਂਦੇ ਹਨ। ਇਹ ਪਰਲੋਕ ਵਾਸਤੇ ਕੀਤਾ ਹੋਇਆ ਕਰਮ ਪਿਤਰਾਂ ਨੂੰ ਮੁਕਤੀ ਦੇਣ ਵਾਲਾ ਹੁੰਦਾ ਹੈ ਤੇ ਕਰਤਾ ਅਰਥਾਤ ਪੁੱਤਰ ਆਦਿ ਨੂੰ ਮਨ ਵਾਂਛਿਤ ਫਲ ਦੇਣ ਵਾਲਾ ਹੈ। ਇਸ ਲੋਕ ਤੇ ਪਰਲੋਕ ਵਿੱਚ ਸੁੱਖ ਦੇਣ ਵਾਲਾ ਹੈ। ਜਿਹੜਾ ਨਾਸਤਕ ਤੇ ਨੀਚ ਪੁਰਸ਼ ਇਸ ਪਿੱਤਰ ਕਰਮ ਨੂੰ ਨਹੀਂ ਕਰਦਾ, ਉਸ ਦੇ ਹੱਥ ਦਾ ਜਲ ਵੀ ਨਿਰਸੰਦੇਹ ਸ਼ਰਾਬ ਦੇ ਤੁੱਲ ਸਮਝ ਕੇ ਨਹੀਂ ਪੀਣਾ ਚਾਹੀਦਾ। ਦੇਵਤੇ ਤੇ ਪਿੱਤਰ ਉਸ ਦੇ ਘਰ ਨੂੰ ਕਦੀ ਵੀ ਨਹੀਂ ਵੇਖਦੇ। ਪਿੱਤਰਾਂ ਦੇ ਕੋਪ ਹੋ ਜਾਣ ਨਾਲ ਉਸ ਦੇ ਪੁੱਤਰ ਤੇ ਪੋਤਰੇ ਗਰੀਬ ਹੁੰਦੇ ਹਨ। ਇਸ ਕਿਰਿਆ ਦੇ ਨਾ ਕਰਨ ਵਾਲਿਆਂ ਨੂੰ, ਚਾਹੇ ਬ੍ਰਾਹਮਣ ਹੋਣ ਜਾਂ ਖੱਤਰੀ, ਚਾਹੇ ਵੈਸ਼ ਹੋਣ ਜਾਂ ਸੂਦਰ ਹੋਣ ਜਾਂ ਕੋਈ ਹੋਰ, ਸਭ ਨੂੰ ਚੰਡਾਲ ਦੇ ਤੁੱਲ ਜਾਣਨਾ ਚਾਹੀਦਾ ਹੈ। ਇਸ ਪੁੰਨਦਾਇਕ ਗਰੁੜ ਪੁਰਾਣ ਨੂੰ ਜਿਹੜਾ ਮਨੁੱਖ ਸੁਣਦਾ ਹੈ ਜਾਂ ਸੁਣਾਉਂਦਾ ਹੈ, ਉਹ ਦੋਵੇਂ ਹੀ ਪਾਪਾਂ ਤੋਂ ਛੁੱਟ ਜਾਂਦੇ ਹਨ ਤੇ ਦੁਰਗਤੀ ਨੂੰ ਪ੍ਰਾਪਤ ਨਹੀਂ ਹੁੰਦੇ। ਮਾਤਾ ਤੇ ਪਿਤਾ ਦੇ ਮਰਨ ਪਰ ਜਿਹੜਾ ਪੁੱਤਰ ਇਸ ਗਰੁੜ ਪੁਰਾਣ ਦੀ ਕਥਾ ਨੂੰ ਸੁਣਦਾ ਹੈ, ਉਸ ਦੇ ਮਾਤਾ ਪਿਤਾ ਮੁਕਤ ਹੋ ਜਾਂਦੇ ਹਨ ਤੇ ਪੁੱਤਰ ਸੰਤਾਨ ਵਾਲਾ ਹੁੰਦਾ ਹੈ। ਜਿਸ ਨੇ ਗਰੁੜ ਪੁਰਾਣ ਨਹੀਂ ਸੁਣਿਆ, ਸ਼ਰਾਧ ਨਹੀਂ ਕੀਤਾ, ਵਰਸ਼ੋਤ ਸਰਗ ਨਹੀਂ ਕੀਤਾ, ਮਾਸਕ ਤੇ ਵਾਰਸ਼ਿਕ ਸ਼ਰਾਧ ਨਹੀਂ ਕੀਤਾ, ਉਹ ਪੁੱਤਰ ਕਿਸ ਤਰ੍ਹਾਂ ਪੁੱਤਰ ਕਹਾਉਣ ਦਾ ਅਧਿਕਾਰੀ ਹੈ ਤੇ ਤਿੰਨਾਂ ਰਿਣਾਂ ਤੋਂ ਕਿਸ ਤਰ੍ਹਾਂ ਛੁੱਟ ਸਕਦਾ ਹੈ ਤੇ ਉਹ ਆਪਣੇ ਮਾਤਾ ਪਿਤਾ ਨੂੰ ਕਿਸ ਤਰ੍ਹਾਂ ਪਾਰ ਤਾਰ ਸਕਦਾ ਹੈ। ਇਸ ਲਈ ਯਤਨ ਕਰਕੇ ਇਹ ਗਰੁੜ ਪੁਰਾਣ ਅਵੱਸ਼ ਸੁਣਨਾ ਚਾਹੀਦਾ ਹੈ। ਕਰਮ, ਧਰਮ, ਅਰਥ, ਕਾਮ ਅਤੇ ਮੁਕਤੀ ਦੇਣ ਵਾਲਾ ਤੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਗਰੁੜ ਪੁਰਾਣ ਪੁੰਨਦਾਇਕ, ਪਵਿੱਤਰ ਤੇ ਪਾਪ ਨਾਸ਼ਕ ਹੈ। ਸੁਣਨ ਵਾਲਿਆਂ ਦੀਆਂ ਸਭ ਕਾਮਨਾ ਪੂਰੀਆਂ ਕਰਨ ਵਾਲਾ ਹੈ। ਇਸ ਲਈ ਇਸ ਦੀ ਕਥਾ ਅਵੱਸ਼ ਸੁਣਨੀ ਚਾਹੀਦੀ ਹੈ। ਇਸ ਦੇ ਸੁਣਨ ਨਾਲ ਬ੍ਰਾਹਮਣ ਵਿਦਿਆ ਨੂੰ, ਖੱਤਰੀ ਪ੍ਰਿਥਵੀ ਨੂੰ, ਵੈਸ਼ ਧਨ ਨੂੰ ਪ੍ਰਾਪਤ ਕਰਦਾ ਹੈ ਤੇ ਸ਼ੂਦਰ ਪਾਤਕ ਤੋਂ ਛੁੱਟ ਜਾਂਦਾ ਹੈ। ਇਸ ਪੁਰਾਣ ਨੂੰ ਸੁਣ ਕੇ ਕਥਾ ਕਰਨ ਵਾਲੇ ਨੂੰ ਪਹਿਲੇ ਕਹੇ ਸੇਜਾ ਦਾਨ ਆਦਿ ਸਭ ਦਾਨ ਦੇਣੇ ਚਾਹੀਦੇ ਹਨ। ਇਸ ਤੋਂ ਉਲਟ ਕਰਨ ਵਾਲਾ ਸਫਲ ਨਹੀਂ ਹੁੰਦਾ। ਪੁਰਾਣ ਦੀ ਪੂਜਾ ਕਰਕੇ ਫਿਰ ਬਸਤਰ, ਗਹਿਣੇ, ਗਊ ਦਾਨ ਤੇ ਦਸ਼ਣਾ ਆਦਿ ਨਾਲ ਆਦਰ ਪੂਰਵਕ ਕਥਾ ਕਰਨ ਵਾਲੇ ਦੀ ਪੂਜਾ ਕਰਨੀ ਚਾਹੀਦੀ ਹੈ। ਭਗਵਾਨ ਜੀ ਕਹਿੰਦੇ ਹਨ ਕਿ ਕਥਾ ਕਰਨ ਵਾਲੇ ਦੀ ਪੂਜਾ ਕਰਨ ਨਾਲ ਮੇਰੀ ਪੂਜਾ ਹੁੰਦੀ ਹੈ। ਇਸ ਵਿੱਚ ਕੋਈ ਸੰਸਾ ਨਹੀਂ ਹੈ। ਕਥਾ ਕਰਨ ਵਾਲੇ ਦੇ ਪ੍ਰਸੰਨ ਹੋ ਜਾਣ ਨਾਲ ਮੈਂ ਨਿਰਸੰਦੇਹ ਪ੍ਰਸੰਨ ਹੋ ਜਾਂਦਾ ਹਾਂ। ਗਰੁੜ ਪੁਰਾਣ ਸਮਾਪਤ। ਹਜ਼ਾਰਾਂ ਸਾਲਾਂ ਤੋਂ ਪੜ੍ਹਦੇ ਅਤੇ ਸੁਣਦੇ ਰਹਿਣ ਨਾਲ ਅਥਵਾ ਇਸ ਗ੍ਰੰਥ ਵਿੱਚ ਲਿਖੇ ਅਨੁਸਾਰ ਕਿਰਿਆ ਕਰਮ ਕਰਦੇ ਰਹਿਣ ਨਾਲ ਮਨ ਆਤਮਾ 'ਤੇ ਬਣੇ ਸੰਸਕਾਰ ਇੰਨੇ ਡੂੰਘੇ ਉਕਰੇ ਜਾ ਚੁੱਕੇ ਹਨ ਕਿ ਹਿੰਦੂਆਂ ਤੋਂ ਛੁੱਟ ਬੋਧੀ, ਪਾਰਸੀ, ਮੁਸਲਮਾਨ, ਗੱਲ ਕਿ ਸਮੁੱਚੇ ਭਾਰਤ ਦਾ ਮਨੁੱਖ ਇਸ ਗ੍ਰੰਥ ਦੇ ਪ੍ਰਭਾਵ ਤੋਂ ਅੱਜ ਤੱਕ ਵੀ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕਿਆ। ਗੁਰੂ ਨਾਨਕ ਨਿਰੰਕਾਰੀ ਜੀ ਨੇ 200 ਸਾਲ ਤੋਂ ਵੱਧ ਦਾ ਸਮਾਂ ਲਾ ਕੇ ਜਿਸ ਮਨੁੱਖ ਨੂੰ ਬ੍ਰਾਹਮਣੀ ਲੁੱਟ ਨੀਤੀ ਵਾਲੇ ਕਿਰਿਆ ਕਰਮ ਦੇ ਮਾਇਆ ਜਾਲ ਵਿੱਚੋਂ ਮੁਕਤ ਕੀਤਾ ਸੀ,
ਉਹ ਖਾਲਸਾ ਗਰੁੜ ਪੁਰਾਣ ਗ੍ਰੰਥ ਵਿਚਲੀ ਮਰਿਆਦਾ ਦਾ ਰੂਪ ਵਟਾ ਕੇ ਪੂਰੀ ਤਰ੍ਹਾਂ ਧਾਰਨੀ ਹੋ ਚੁੱਕਾ ਹੋਇਆ ਹੈ। ਬ੍ਰਾਹਮਣ ਨੂੰ ਧਰਮ ਗੁਰੂ ਮੰਨਣ ਵਾਲੇ ਹਿੰਦੂ ਗਰੁੜ ਪੁਰਾਣ ਨੂੰ ਕੇਵਲ ਆਪਣਾ ਧਰਮ ਗ੍ਰੰਥ ਹੀ ਮੰਨਦੇ ਹਨ। ਕਿਰਿਆ ਕਰਮ ਦਾ ਵਿਧੀ ਵਿਧਾਨ ਸਮਝਾਉਣ ਵਾਲੇ ਇਸ ਗ੍ਰੰਥ ਨੂੰ ਹਿੰਦੂ ਆਪਣਾ ਗੁਰੂ ਮੰਨ ਕੇ ਇਸ ਦੀ ਪੂਜਾ ਵੀ ਨਹੀਂ ਕਰਦੇ, ਪਰ ਲਗਭਗ ਸਾਰੇ ਹਿੰਦੂ ਉਸ ਧਰਮ ਗ੍ਰੰਥ ਵਿੱਚ ਲਿਖੇ ਦੀ ਪਾਲਣਾ ਬੜੀ ਸ਼ਰਧਾ ਨਾਲ ਕਰਦੇ ਹਨ। ਆਪਣੇ ਮਾਤਾ ਪਿਤਾ ਜਾਂ ਸੰਬੰਧੀ ਦੀ ਆਤਮਾ ਦੀ ਮੁਕਤੀ ਵਾਸਤੇ ਗਰੁੜ ਪੁਰਾਣ ਦਾ ਪਾਠ ਕਰਾ ਕੇ ਪਾਠੀ ਨੂੰ ਦਾਨ ਦਛਣਾ ਦਿੰਦੇ ਹਨ, ਅਥਵਾ ਗਰੁੜ ਪੁਰਾਣ ਵਿੱਚ ਲਿਖਿਆ ਕਿਰਿਆ ਕਰਮ ਕਰਦਾ ਹੋਇਆ ਆਪਣਾ ਧਨ ਦੌਲਤ ਬ੍ਰਾਹਮਣਾਂ ਨੂੰ ਦਾਨ ਕਰ ਦੇਣ ਦੇ ਨਾਲ ਕਈ ਵਾਰੀ ਆਪਣੀ ਜਾਨ ਤੱਕ ਵਾਰ ਦਿੰਦਾ ਹੈ। ਇੱਧਰ ਆਪਣੇ ਆਪ ਨੂੰ ਨਿਆਰਾ ਮੰਨਣ ਵਾਲੇ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜੁਗਤ ਦੇ 11ਵਾਂ ਅਤੇ ਸਦੀਵੀਂ ਸਰੂਪ ਰੂਪ ਸਰਬਕਾਲੀ ਅਤੇ ਸਰਬ ਗੁਣਾ ਭਰਪੂਰ ਜੁਗੋ ਜੁਗ ਅਟਲ ਸੱਚਾ ਸਤਿਗੁਰ ਮੰਨਦੇ ਅਤੇ ਸਤਿਕਾਰਦੇ ਹਨ। ਪਰ ਕਿੱਡੇ ਦੁੱਖ ਵਾਲੀ ਹਾਲਤ ਬਣ ਰਹੀ ਹੈ ਕਿ ਗੁਰੂ ਦਾ ਸਿੱਖ ਕਰਦਾ ਉਹ ਕੁਝ ਹੈ ਜਿਸ ਤੋਂ ਸਤਿਗੁਰਾਂ ਦੀ ਬਾਣੀ ਨੇ ਬਾਰ-ਬਾਰ ਰੋਕਿਆ ਹੋਇਆ। ਜਿਸ ਫੋਕਟ ਕਿਰਿਆ ਕਰਮਾਂ ਅਥਵਾ ਸੰਸਕਾਰਾਂ ਦੇ ਮੰਨਣ ਵਾਲੇ ਬ੍ਰਾਹਮਣੀ ਭਰਮ ਜਾਲ ਵਿੱਚੋਂ ਸਤਿਗੁਰਾਂ ਨੇ ਸਾਨੂੰ ਕੱਢਿਆ ਸੀ, ਅਸੀਂ ਸਾਰਾ ਉਹੀ ਕੁਝ ਕਰਨਾ ਆਰੰਭ ਕਰ ਲਿਆ। ਇਸ ਤਰ੍ਹਾਂ ਅਨੁਭਵ ਹੋ ਰਿਹਾ ਹੈ ਜਿਵੇਂ ਦਸ਼ਮੇਸ਼ ਜੀ ਦੇ ਦੂਲੇ ਸਿੰਘ ਨੇ ਗਰੁੜ ਪੁਰਾਣ ਵਿੱਚ ਲਿਖੇ ਨੂੰ ਹੀ ਆਪਣੇ ਸਤਿਗੁਰਾਂ ਦਾ ਅਸਲੀ ਹੁਕਮ ਮੰਨ ਲਿਆ ਹੈ। ਗਰੁੜ ਪੁਰਾਣ ਦੇ ਗਿਆਨ ਵਿੱਚ ਅਜਿਹਾ ਕਿਹੜਾ ਜਾਦੂ ਹੈ ਜੋ ਮਨੁੱਖ ਦੇ ਹਿਰਦੇ ਵਿੱਚ ਇੰਨੇ ਡੂੰਘੇ ਪੈਰ ਜਮਾ ਬੈਠਦਾ ਹੈ। ਇਸ ਭੇਦ ਦੀ ਤਹਿ ਤੱਕ ਪੁੱਜਣ ਲਈ ਗਰੁੜ ਪੁਰਾਣ ਦੇ ਸਾਰਿਆਂ ਅਧਿਆਵਾਂ ਦੀ ਜਾਣਕਾਰੀ ਕਰ ਲੈਣੀ ਜ਼ਰੂਰੀ ਹੈ ਅਤੇ ਫਿਰ ਸਾਰੇ ਕੁਝ ਕੁ ਨੂੰ ਗੁਰਬਾਣੀ ਸ਼ਬਦਾਂ ਦੇ ਗਿਆਨ ਦੀ ਕਸਵੱਟੀ 'ਤੇ ਪਰਖ ਕੇ ਨਿਰਣਾ ਕਰਨਾ ਹੋਵੇਗਾ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ, ਤੀਜੇ ਕਾਂਡ ਦਾ ਪਹਿਲਾ, ਦੂਜਾ ਅਤੇ ਤੀਜਾ ਭਾਗ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।